ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਅੱਜ ਆਪਾਂ ਮੈਂਟਲ ਹੈਲਥ ਜਾਂ ਮਾਨਸਿਕ ਜਿਹੜੀ ਸਿਹਤ ਤੰਦਰੁਸਤੀ ਹੈ ਉਹਦੀ ਗੱਲਬਾਤ ਕਰਾਂਗੇ। ਦਮਨਜੀਤ ਸੰਧੂ, ਡਾਕਟਰ ਦਮਨਜੀਤ ਸੰਧੂ ਜਿਹੜੇ ਪ੍ਰੋਫੈਸਰ ਵੀ ਨੇ ਇਸ ਮਸਲੇ ਤੇ ਯੂਥ ਨਾਲ ਜਦੋਂ ਬੰਦਾ ਪ੍ਰੋਫੈਸਰ ਹੁੰਦਾ ਯੂਥ ਨਾਲ ਜੁੜਦਾ ਹੈ ਤੇ ਯੂਥ ਦੀ ਮਾਨਸਿਕ ਹਾਲਾਤ ਕੀ ਹੈ, ਕਿਉਂਕਿ ਯੂਥ ਨੂੰ ਦੀ ਜਿਹੜੀ ਤੜਕ ਭੜਕ ਹੈ ਜਾਂ ਯੂਥ ਦੀ ਜਿਹੜੀ ਮਾਨਸਿਕ ਹਾਲਾਤ ਹੈ ਉਹੀ ਦੱਸਦੇ ਆ ਕਿ ਦੇਸ਼ ਦਾ ਭਵਿੱਖ ਜਾਂ ਦੇਸ਼ ਕਿੱਧਰ ਨੂੰ ਜਾਵੇਗਾ। ਡਿਪਰੈਸ਼ਨ ਵਰਗੇ ਸ਼ਬਦ ਸਾਡੇ ਸਮਾਜ ਦੇ ਵਿੱਚ ਕਾਇਮ ਹੋ ਗਏ ਨੇ, ਕਿਵੇਂ ਨਿਕਲਣਾ? ਇਹ ਸਾਰੀਆਂ ਚੀਜ਼ਾਂ 'ਤੇ ਇੱਕ ਮੁਲਾਕਾਤ ਦੇ ਜ਼ਰੀਏ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਕਰਦੇ ਹਾਂ ਡਾਕਟਰ ਸਾਹਿਬ ਦਾ ਸਵਾਗਤ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਤੁਹਾਡਾ? ਆਲ ਵੈਲ ਜੀ। ਬਹੁਤ ਵਧੀਆ। ਹਾਂਜੀ ਹਾਂਜੀ, ਕਲਾਊਡ 9 ਆਲਵੇਜ਼। ਡਾਕਟਰ ਸਾਹਿਬ, ਇਹ ਮੁਸਕਰਾਹਟ ਜੇ ਕਾਇਮ ਰੱਖਣੀ ਹੋਵੇ ਤਾਂ ਕੀ ਕਰਨਾ ਚਾਹੀਦਾ ਬੰਦੇ ਨੂੰ? ਇਹਦੇ ਲਈ ਜੀ ਆਪਣੀ ਹੈਪੀਨੈਸ ਕ੍ਰੀਏਟ ਕਰਨੀ ਪੈਂਦੀ ਹੈ। ਅੱਛਾ ਜੀ। ਜਦੋਂ ਸਵੇਰੇ ਉੱਠੀਦਾ ਹੈ ਜ਼ਰੂਰੀ ਨਹੀਂ ਹੁੰਦਾ ਕਿ ਵੀ ਆਰ ਆਲਵੇਜ਼ ਬ੍ਰਾਈਟ ਐਂਡ ਚਰਪੀ। ਓਕੇ। ਤੇ ਕਈ ਵਾਰ ਆਪਣੇ ਆਪ ਨੂੰ ਫਾਈਟ ਕਰਨਾ ਪੈਂਦਾ ਹੈ, ਪੁਸ਼ ਕਰਨਾ ਪੈਂਦਾ ਹੈ, ਬਟ ਦੈਨ ਮੇਰੀ ਆਦਤ ਆ ਕਿ ਇੱਕ ਗੋਲ ਹੁੰਦਾ ਹੈ ਰੋਜ਼ ਕਿ ਅੱਜ ਇਹ ਕੰਮ ਕਰਨੇ ਹੀ ਕਰਨੇ ਆ, ਜਾਂ ਇਹ ਆਪਣੇ ਲਈ ਕਰਨੇ ਆ ਜਾਂ ਕਿਸੇ ਆਪਣੇ ਸਟੂਡੈਂਟਸ ਲਈ ਕਰਨੇ ਆ ਜਾਂ ਆਪਣੇ ਆਲੇ ਦੁਆਲੇ ਲਈ ਕਿਸੇ ਨਾ ਕਿਸੇ ਲਈ ਕਰਨੇ ਨੇ। ਸੋ ਦੈਟ ਮੋਟੀਵੇਟਸ ਮੀ ਐਂਡ ਫਿਰ ਮੈਨੂੰ ਇਹ ਹੁੰਦਾ ਕਿ ਜੇ ਕਰਨਾ ਹੀ ਆ ਤੇ ਖੁਸ਼ੀ ਕਰੋ, ਇੰਜੋਏ ਇਟ। ਡੋਂਟ ਕੰਸੀਡਰ ਇਟ ਐਜ਼ ਅ ਟਾਸਕ, consider it as God's opportunity to help others. So always feel that I have to help others doing something. ਜੇ ਮੈਂ ਪੜ੍ਹਾਉਣਾ ਵੀ ਆ ਤੇ I am creating some job opportunities for children, for the youth of India. So ਉਹ ਜਿਹੜੀ ਖੁਸ਼ੀ ਆ ਨਾ ਫਿਰ ਜਦੋਂ ਕਿਸੇ ਲਈ ਕੁਝ ਕਰਦੇ ਹੋ ਬਹੁਤ ਖੁਸ਼ੀ ਦਿੰਦੀ ਹੈ। ਡਾਕਟਰ ਸਾਹਿਬ, ਮਾਨਸਿਕ ਹਾਲਾਤ ਦੇ ਯੂਥ ਦੀ ਮਾਨਸਿਕਤਾ ਜਿਹੜੀ ਇਸ ਵਕਤ ਉਹਨੂੰ ਕਿਵੇਂ ਦੀ ਤੇ ਕਿੱਥੇ ਜੇ ਵੇਖਦੇ ਹੋ? Sadly it's not a very positive picture. ਜੇ ਆਪਾਂ ਇੰਡੀਆ ਦੇ ਸੁਸਾਈਡਸ ਦੀ ਗੱਲ ਕਰੀਏ, ਸਪੈਸ਼ਲੀ ਸਟੂਡੈਂਟ ਸੁਸਾਈਡ ਜਿਹੜੇ ਯੂਥ ਹੈ, 35 ਸਟੂਡੈਂਟਸ ਆਰ ਕਮਿਟਿੰਗ ਸੁਸਾਈਡ ਐਵਰੀ ਡੇ ਇਨ ਇੰਡੀਆ। ਅੱਛਾ। ਜਿਹੜਾ ਬਿਗੇਸਟ ਕਾਜ਼ ਆਫ ਡੈਥ ਅਮੰਗਸਟ ਯੂਥ ਆ ਉਹ ਸੁਸਾਈਡ ਹੈ। ਅੱਛਾ। ਐਂਡ ਉਹਦੇ ਪਿੱਛੇ 90% ਕੇਸਿਸ ਆ ਬਿਕੋਜ਼ ਆਫ ਡਿਪਰੈਸ਼ਨ। ਸੋ ਇਟਸ ਅ ਵੈਰੀ ਸੈਡ ਪਿਕਚਰ। ਇੰਡੀਆ 'ਚ ਜਿਸ ਤਰ੍ਹਾਂ ਕਹਿੰਦੇ ਕਿ ਡਿਪਰੈਸ਼ਨ ਕੈਪੀਟਲ ਆਫ ਦ ਵਰਲਡ ਹੈ, ਤੇ ਆਲ ਦ ਰਿਸਰਚ ਰਿਪੋਰਟਸ ਜਾਂ ਜਿਹੜੀਆਂ ਵੀ ਗਲੋਬਲ ਸਟੈਟਿਸਟਿਕਸ ਨੇ ਉਹੀ ਸ਼ੋ ਕਰ ਰਹੇ ਨੇ, ਬਹੁਤ ਅਥੈਂਟਿਕਲੀ ਪ੍ਰੂਵ ਕਰ ਰਹੇ ਨੇ ਕਿ ਇੰਡੀਆ ਦੀ ਯੂਥ ਦੀ ਮੈਂਟਲ ਹੈਲਥ ਬਹੁਤ ਅੱਛੀ ਨਹੀਂ ਹੈ। ਅੱਛਾ, ਜਦੋਂ ਆ ਜਾਂਦਾ ਕਿ ਡਿਪਰੈਸ਼ਨ 'ਚ ਕੋਈ ਡਿਪਰੈਸ਼ਨ ਦੇ ਲੱਛਣ ਕੀ ਨੇ ਤੇ ਇੱਕ ਮਾਨਸਿਕ ਪਰੇਸ਼ਾਨ ਤੇ ਡਿਪਰੈਸ਼ਨ 'ਚ ਕੀ ਫਰਕ ਹੈ? ਡਿਪਰੈਸ਼ਨ ਹੈ ਤਾਂ ਮਾਨਸਿਕ ਪਰੇਸ਼ਾਨੀ ਹੀ ਹੈ, ਬਟ ਇਟ ਇਫੈਕਟਸ ਯੋਰ ਲਾਈਫ ਇਨ ਟੋਟੈਲਿਟੀ। ਕਿ ਤੁਹਾਡੀ ਬੋਡੀ ਨੂੰ ਕੋਈ ਹੋਰ ਬਿਮਾਰੀ ਇੰਨਾ ਇਫੈਕਟ ਨਹੀਂ ਕਰੇਗੀ ਬੈਡਲੀ ਜਿੰਨਾ ਡਿਪਰੈਸ਼ਨ ਕਰਦਾ। ਕਿਉਂਕਿ ਜੇ ਕਿਸੇ ਨੂੰ ਡਿਪਰੈਸ਼ਨ ਹੈ ਉਹਦਾ ਤਾਂ ਨਾ ਨਹਾਉਣ ਨੂੰ ਜੀ ਕਰੇਗਾ, ਨਾ ਕੁਝ ਖਾਣ ਨੂੰ ਜੀ ਕਰੇਗਾ, ਨੀਂਦ ਨਹੀਂ ਆਏਗੀ, ਕੁਝ ਕਰਨ ਨੂੰ ਜੀ ਨਹੀਂ ਕਰੇਗਾ, ਜਾਂ ਉਹ ਬਹੁਤ ਘੱਟ ਸੋਏਗਾ ਜਾਂ ਬਹੁਤ ਜ਼ਿਆਦਾ ਸੋਏਗਾ। ਜਿਹੜੀਆਂ ਚੀਜ਼ਾਂ ਤੁਸੀਂ ਪਹਿਲਾਂ ਇੰਜੋਏ ਕਰਦੇ ਸੀਗੇ ਯੂ ਕੈਨ ਨਾਟ ਇੰਜੋਏ ਦੈਟ। ਕੁਝ ਵੀ ਕਰਨ ਨੂੰ ਜੀ ਨਹੀਂ ਕਰਦਾ, ਰੋਣ ਨੂੰ ਜੀ ਕਰਦਾ, ਯੂ ਫੀਲਿੰਗ ਲੋ, ਤੁਹਾਨੂੰ ਲਾਈਫ 'ਚ ਕੋਈ ਬ੍ਰਾਈਟਨੈਸ ਨਹੀਂ ਲੱਗਦੀ, ਯੂ ਹੈਵ ਨਥਿੰਗ ਟੂ ਲੁੱਕ ਫਾਰਵਰਡ ਟੂ। ਹਰ ਚੀਜ਼ ਤੋਂ ਜਿਸ ਤਰ੍ਹਾਂ ਕਹਿੰਦੇ ਨਾ ਕਿ ਮਨ ਉਚਾਟ ਹੋ ਜਾਂਦਾ ਹੈ, ਮਨ ਟੁੱਟ ਜਾਂਦਾ ਹੈ, ਯੂ ਡੋਂਟ ਵਾਂਟ ਟੂ ਵਰਕ ਵਿਦ। ਇੱਕ ਚੀਜ਼ ਖਾਸ, ਬੱਚੇ ਆਪਦੇ ਭਵਿੱਖ ਨੂੰ ਲੈ ਕੇ ਜਾਂ ਕਾਰੋਬਾਰ ਨੂੰ ਲੈ ਕੇ, ਨੌਕਰੀਆਂ ਨੂੰ ਲੈ ਕੇ ਖਾਸੇ ਪਰੇਸ਼ਾਨ ਹੈ। ਇਹਨਾਂ ਚੀਜ਼ਾਂ ਦੇ ਵਿੱਚੋਂ ਜੇ ਬੱਚਿਆਂ ਨੂੰ ਥੋੜ੍ਹਾ ਪੋਜ਼ੀਟਿਵ ਕਰਨਾ ਹੋਵੇ, ਮਾਨਸਿਕ ਪਰੇਸ਼ਾਨੀਆਂ 'ਚੋਂ ਕੱਢਣਾ, ਕਿਹੜਾ ਖਾਸ ਗੱਲ ਜਾਂ ਨੁਕਤਾ ਹੈ ਜਾਂ ਕਿ ਕੋਈ ਕਹਾਣੀ ਦੱਸਣਾ ਚਾਹੋਗੇ ਵੀ ਜਿਹੜੀ ਕੱਢ ਸਕਦੀ ਹੈ? ਦੇਖੋ ਮੈਂ ਤਾਂ ਮੇਰੇ ਇੱਕ ਮਾਈਂਡ 'ਚ ਬਹੁਤ ਜਿਹੜੀ ਬਰੂਸ ਲੀ ਦੀ ਸਟੋਰੀ ਸੀ, ਟਰਾਈ ਅਗੇਨ, ਜਿਹੜੇ ਛੋਟੇ ਹੁੰਦੇ ਅਸੀਂ ਇੱਕ ਸਪਾਈਡਰ ਦੀ ਕਹਾਣੀ ਪੜ੍ਹੀ ਆ ਕਿ ਹਾਊ ਦ ਪਰਸਨ ਡਜ਼ ਨਾਟ ਗਿਵ ਅਪ। ਇੱਕ ਗਿਵ ਅਪ ਕਰਨਾ ਬਹੁਤ ਇੱਕ ਸਿਨ ਹੈ ਲਾਈਫ ਦਾ। ਆਈਡ ਸੇ ਨੈਵਰ ਗਿਵ ਅਪ, ਚਾਹੇ ਉਹ ਤੁਹਾਡੇ ਪਰਸਨਲ ਲਾਈਫ ਦੇ ਵਿੱਚ ਆ। ਬੱਚਿਆਂ ਦੇ ਅੱਜ ਕੱਲ੍ਹ ਜਦੋਂ ਸੁਸਾਈਡ ਦੀ ਗੱਲ ਕੀਤੀ, 2 ਰੀਜ਼ਨਸ ਡਿਪਰੈਸ਼ਨ ਤੇ ਸੁਸਾਈਡ ਦੇ ਨੇ। ਵਨ ਇਜ਼ ਦੇਅਰ ਅਕੈਡਮਿਕਸ ਕਿ ਕਰੀਅਰ ਨਹੀਂ ਸੈੱਟ ਹੋਇਆ, ਦੂਸਰਾ ਰਿਲੇਸ਼ਨਸ਼ਿਪ ਖਰਾਬ ਹੋ ਗਏ, ਜਿਸ ਤਰ੍ਹਾਂ ਬ੍ਰੇਕਅਪ ਹੋ ਗਿਆ ਜਾਂ ਲੜਕੀ ਨੇ ਧੋਖਾ ਦੇ ਦਿੱਤਾ, ਲੜਕੇ ਨੇ ਰਿਜੈਕਟ ਕਰਤਾ, ਦਿਸ ਐਂਡ ਦੈਟ। ਸੋ ਡੋਂਟ ਗਿਵ ਅਪ, ਦੇਰ ਇਜ਼ ਆਲਵੇਜ਼ ਟਮੋਰੋ ਐਂਡ ਦੇਰ ਇਜ਼ ਅ ਹੋਪ। ਅਸੀਂ ਬੱਚਿਆਂ 'ਚ ਇੱਕ ਹੋਪ ਕ੍ਰੀਏਟ ਕਰਦੇ ਹਾਂ ਕਿ ਇਫ ਥਿੰਗਸ ਡੋਂਟ ਵਰਕ ਵਨ ਵੇ, ਦੇਰ ਇਜ਼ ਆਲਵੇਜ਼ ਅਨਦਰ ਵੇ ਆਫ ਡੂਇੰਗ ਇਟ। ਦੇਰ ਇਜ਼ ਅ ਪਲਾਨ ਬੀ, ਪਲਾਨ ਸੀ ਰੈਡੀ ਰੱਖੋ। ਜਿਸ ਤਰ੍ਹਾਂ ਫੌਜੀ ਵੀ ਕਰਦੇ ਨੇ, ਦੇ ਆਰ ਨਾਟ always with plan A, they have plan B, C and D ready for their lives. ਅਸੀਂ ਪਹਿਲਾਂ ਹੀ ਸੋਚ ਕੇ ਚੱਲਣਾ ਹੈ ਕਿ ਜੇ ਮੈਂ IAS ਦੀ ਤਿਆਰੀ ਕਰ ਰਿਹਾ, IAS ਨਹੀਂ ਹੋਇਆ, but at least ਮੇਰੇ ਕੋਲ some other plan is there. Maybe I can go in for teaching, or I can go into HR, or I can go, do another degree. So ਪਹਿਲਾਂ ਹੀ ready ਰੱਖੋ। ਇਹ ਨਾ ਸੋਚੋ, don't put all your eggs in one basket ਕਿ ਜੇ ਉਹ ਟੋਕਰੀ ਡਿੱਗ ਗਈ ਤੇ ਸਾਰੇ ਆਂਡੇ ਟੁੱਟ ਗਏ। ਤੁਸੀਂ ਇੱਕ ਰਿਸ਼ਤਿਆਂ ਦੀ ਗੱਲ ਕੀਤੀ ਹੈ, ਰਿਸ਼ਤਿਆਂ 'ਚ ਤਰੇੜਾਂ ਪੈਣ ਦਾ, ਖਰਾਬ ਹੋਣ ਦਾ ਕਾਰਨ ਕੀ ਦੇਖਦੇ ਹੋ? ਮੈਂ ਆਈ ਵੁੱਡ ਟਾਕ ਫਰੋਮ ਮਾਈ ਪ੍ਰੋਫੈਸ਼ਨਲ ਪ੍ਰੈਕਟਿਸ, ਜਾਂ ਜੋ ਮੇਰੇ ਕੋਲ ਕੇਸ ਸਟੱਡੀਜ਼ ਆਉਂਦੀਆਂ ਨੇ, ਸਾਡੇ ਸਟੂਡੈਂਟਸ ਵੀ ਜਾਂਦੇ ਨੇ ਕੇਸਿਸ 'ਤੇ। ਜੋ ਅੱਜ ਕੱਲ੍ਹ ਪ੍ਰੋਬਲਮਸ ਆ ਰਹੀਆਂ, ਇੱਕ ਤਾਂ ਐਕਸਪੈਕਟੇਸ਼ਨਸ ਨੇ
ਜਦੋਂ ਕੋਈ ਐਕਸਪੈਕਟ ਕਰਦੇ ਆ ਤੇ ਓਵਰ ਐਕਸਪੈਕਟ ਕਰਦੇ ਆ, ਜਿਹੜਾ ਕਹਿੰਦੇ ਕਿ ਐਵਰੀਬਡੀ ਮਸਟ ਲਵ ਮੀ, ਐਵਰੀਬਡੀ ਮਸਟ ਰਿਸਪੈਕਟ ਮੀ, ਕਿ ਮੈਨੂੰ ਹਰ ਬੰਦੇ ਤੋਂ ਹਰ ਟਾਈਮ ਪਿਆਰ ਹੀ ਮਿਲੇ। ਕੀ ਬਾਤ ਹੈ। ਅੱਛਾ, ਉਹ ਪੋਸੀਬਲ ਨਹੀਂ ਆ। ਅੱਛਾ, ਮੂਡ ਸਵਿੰਗਸ ਵੀ ਹੈ। ਦੇਖੋ ਲਾਈਫ ਨੂੰ ਅਸੀਂ ਮਸਟ ਐਂਡ ਔਟਸ ਐਂਡ ਸ਼ੁਡਸ ਵਿੱਚ ਨਹੀਂ ਕਰ ਸਕਦੇ। ਵੀ ਕੈਨ ਨਾਟ ਲਿਵ ਲਾਈਫ ਇਨ ਟੋਟਲ ਬਲੈਕ ਔਰ ਟੋਟਲ ਵਾਈਟ। ਤੇ ਜੇ ਕਿਸੇ ਨੇ ਤੁਹਾਡੇ ਲਈ 10 ਚੀਜ਼ਾਂ ਚੰਗੀਆਂ ਕੀਤੀਆਂ, ਹਮੇਸ਼ਾ ਕੀਤੀਆਂ, ਤੇ ਇੱਕ ਨਹੀਂ ਕੀਤੀ ਤੇ ਉਹਦੇ ਕਰਕੇ ਰਿਸ਼ਤਾ ਟੁੱਟ ਗਿਆ। ਬਿਕੋਜ਼ ਵੀ ਸੀ ਪੀਪਲ ਇਨ ਐਕਸਟ੍ਰੀਮਸ, ਜਾਂ ਉਹ ਪੂਰਾ ਚਿੱਟਾ ਹੈ ਜਾਂ ਉਹ ਪੂਰਾ ਕਾਲਾ ਹੈ। ਵੀ ਡੋਂਟ ਸੀ ਦ ਰੇਂਜ ਆਫ ਥਿੰਗਸ ਬਿਟਵੀਨ ਇਟ। ਕਿ ਹੋ ਸਕਦਾ ਹੈ ਉਹਨੇ ਮੈਨੂੰ ਅੱਜ ਨਹੀਂ, ਹੀ ਕੁਡ ਨਾਟ ਲਿਵ ਅਪ ਟੂ ਮਾਈ ਐਕਸਪੈਕਟੇਸ਼ਨਸ ਬਿਕੋਜ਼ ਆਫ ਹਿਜ਼ ਔਰ ਹਰ ਲਿਮਿਟੇਸ਼ਨਸ। ਸੈਕੰਡਲੀ ਜਿਹੜੇ ਰਿਸ਼ਤੇ ਖਰਾਬ ਹੁੰਦੇ ਨੇ ਉਹ ਹੈ ਕਿ ਜਦੋਂ ਅਸੀਂ ਅਨਡਿਊ ਕਿਸੇ ਬਾਰੇ ਕੁਝ ਗਲਤ ਬੋਲਦੇ ਆ, ਗੌਸਿਪ ਕਰਦੇ ਆ, ਜਾਂ ਕੋਈ ਨਾ ਕੋਈ ਚੁਗਲੀਆਂ ਉਹ ਕਿ ਅੱਛਾ, ਚੁਗਲੀਆਂ ਦਾ ਜੇ ਤੁਸੀਂ ਸਾਈਕੋਲੋਜੀ ਦੇ ਵਿੱਚ ਜਾ ਕੇ ਵੇਖੀਏ ਤਾਂ ਚੁਗਲੀਆਂ ਨੂੰ ਤੁਸੀਂ ਕਿਵੇਂ ਲੈਂਦੇ ਹੋ? ਚੁਗਲੀਆਂ ਆਈ ਥਿੰਕ ਅ ਪਰਸਨ ਹੂ ਇਜ਼ ਵੈਰੀ ਸਿਕਿਉਰ, ਕੌਨਫੀਡੈਂਟ, ਜਿਹੜਾ ਬੰਦੇ ਦਾ ਸੈਲਫ ਕਨਸੈਪਟ ਪੋਜ਼ਿਟਿਵ ਹੈ, ਵਿਚ ਇਜ਼ ਵੈਰੀ ਇੰਪੋਰਟੈਂਟ। ਪੋਜ਼ਿਟਿਵ ਸੈਲਫ ਕਨਸੈਪਟ ਜੇ ਤੁਹਾਡਾ ਹੈ ਨਾ, ਉਹ ਬੰਦਾ ਕਦੀ ਛੋਟੀ ਲੂਜ਼ ਟਾਕ ਜਾਂ ਛੋਟੀਆਂ ਛੋਟੀਆਂ ਗੱਲਾਂ ਕਰਨੀਆਂ, ਜਾਂ ਕਿਸੇ ਦੀ ਨਿੰਦਿਆ ਜਾਂ ਚੁਗਲੀ, ਜਾਂ ਇੱਧਰ ਦੀਆਂ ਗੱਲਾਂ ਉੱਧਰ, ਕਿਸੇ ਬਾਰੇ ਬਿਚ ਕਰਨਾ, ਕਿਸੇ ਬਾਰੇ ਕੋਈ ਗਲਤ ਰਿਊਮਰਸ ਫੈਲਾਉਣੀਆਂ, ਇਹ ਸਾਰੀਆਂ ਨਾ ਬੇਸਿਕਲੀ ਬੁਲਿੰਗ ਦੀਆਂ ਕਰੈਕਟਰਿਸਟਿਕਸ ਨੇ। ਤੇ ਜਿਹੜੇ ਲੋਕਾਂ ਦੀ ਸੈਲਫ ਅਸਟੀਮ ਘੱਟ ਹੁੰਦੀ ਆ, ਸੈਲਫ ਕਨਸੈਪਟ ਉਹਨਾਂ ਦਾ ਪੋਜ਼ਿਟਿਵ ਨਹੀਂ ਆ, ਦੇ ਆਰ ਇਨਸਿਕਿਉਰ, ਦੇ ਆਰ ਥ੍ਰੈਟਨਡ, ਜਾਂ ਉਹਨਾਂ ਨੂੰ ਕੋਈ ਨਾ ਕੋਈ ਪਰਸਨੈਲਿਟੀ ਡਿਸਆਰਡਰ ਹੈ, ਉਹ ਲੋਕ ਜ਼ਿਆਦਾ ਇਹ ਚੀਜ਼ਾਂ 'ਚ ਕਰਦੇ ਨੇ। ਬੇਸਿਕਲੀ ਦ ਏਮ ਇਜ਼ ਟੂ ਟਾਰਨਿਸ਼ ਦ ਰੈਪੂਟੇਸ਼ਨ ਆਫ ਸਮਬਡੀ, ਕਿ ਅਗਲੇ ਨੂੰ ਅਸੀਂ ਜਿਹੜੇ ਪੈਡੈਸਟਲ ਤੇ ਹੈ ਉਹ ਤੋਂ ਨੀਚੇ ਲੈ ਕੇ ਆਈਏ, ਅਗਲੇ ਦੀ ਇਮੇਜ ਖਰਾਬ ਕਰੀਏ, ਅਗਲੇ ਦੇ ਰਿਸ਼ਤੇ ਖਰਾਬ ਕਰੀਏ। ਤੇ ਇਹ ਮਾਨਸਿਕ ਹਾਲਾਤ ਤਾਂ ਵਿਗਾੜਦਾ ਹੀ ਹੈ, ਅਗਲੇ ਦੇ ਤਾਂ ਵਿਗਾੜਦਾ, ਤੁਹਾਡੇ ਵੀ ਵਿਗਾੜਦਾ। ਉਹ ਦੇਖੋ ਜਦੋਂ ਅਗਲੇ ਤੱਕ ਗੱਲ ਪਹੁੰਚੇਗੀ, ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ, ਉਹ ਬੰਦਾ ਕਿਸੇ ਨਾ ਕਿਸੇ ਲੈਵਲ ਤੇ ਤਾਂ ਹੋਏਗਾ। ਤੁਸੀਂ ਆਪਣੇ ਤੋਂ ਨੀਚੇ ਵਾਲੇ ਬੰਦੇ ਦੀ ਨਿੰਦਿਆ ਚੁਗਲੀ ਨਹੀਂ ਕਰਦੇ, ਤੁਸੀਂ ਹਮੇਸ਼ਾ ਉਹ ਤੇ ਕਰਦੇ ਜੋ ਤੁਹਾਡੇ ਤੋਂ ਇੱਕ ਹਾਇਰ ਲੈਵਲ ਤੇ ਹੈ। ਤੇ ਫਿਰ ਉਹ ਹਰ ਤਰ੍ਹਾਂ ਦੇ ਤੁਹਾਡੇ ਪ੍ਰੋਫੈਸ਼ਨਲ ਵੀ ਤੁਹਾਡੇ ਪ੍ਰੋਬਲਮਸ ਆਣਗੀਆਂ, ਪਰਸਨਲ ਤੇ ਆਣਗੀਆਂ। ਐਂਡ ਪਲੱਸ ਜਿਹੜਾ ਬੰਦਾ ਕਿਸੇ ਬਾਰੇ ਕੁਝ ਗਲਤ ਇਦਾਂ ਕਰਦਾ ਹੈ, ਦੈਟ ਪਰਸਨ ਕੈਨ ਨੈਵਰ ਗਰੋ। ਤੇ ਤੁਹਾਡੀ ਜਿਹੜੀ ਸਪਿਰਿਚੁਅਲ ਪਾਥ ਆਫ ਗਰੋਥ ਹੈ ਨਾ ਐਜ਼ ਅ ਹਿਊਮਨ ਬੀਇੰਗ, ਦੈਟ ਆਲਸੋ ਗੈਟਸ ਆਬਸਟੈਕਲਡ। ਕਿਤੇ ਨਾ ਕਿਸੇ ਤੁਸੀਂ ਖੜ ਜਾਂਦੇ ਹੋ, ਤੁਸੀਂ ਰਾਈਜ਼ ਨਹੀਂ ਕਰ ਜਾਂਦੇ, ਬਿਕੋਜ਼ ਯੂ ਨੋ ਵੀ ਹੈਵ ਟੂ ਕਾਈਂਡ ਆਫ ਯੂ ਨੋ ਜਿਹੜਾ ਸਾਡਾ ਸੈਲਫ ਆ ਨਾ, ਜੋ ਰੀਅਲ ਸੈਲਫ ਆ, ਟਰੂ ਸੈਲਫ ਆ, ਦੈਟ ਨੀਡਸ ਨਰਚਰਿੰਗ। ਤੇ ਉਹ ਜਿਹੜਾ ਰੀਅਲ ਸੈਲਫ ਹੈ ਨਾ, ਦੈਟ ਇਜ਼ ਆਲ ਪੋਜ਼ਿਟਿਵ ਐਂਡ ਫੁੱਲ ਆਫ ਲਵ। ਤੇ ਜਦੋਂ ਅਸੀਂ ਕੋਈ ਵੀ ਨੈਗੇਟਿਵ ਫੀਲਿੰਗ, ਨੈਗੇਟਿਵ ਇਮੋਸ਼ਨ, ਨੈਗੇਟਿਵ ਐਕਟ ਕਰਦੇ ਆ ਨਾ, ਅਸੀਂ ਆਪਣੇ ਸੈਲਫ ਦੀ ਜਿਹੜੀ ਲਾਈਟ ਹੈ ਉਹਨੂੰ ਬਲਰ ਕਰ ਰਹੇ ਹਾਂ। ਕੀ ਬਾਤ ਹੈ। ਤੇ ਜਦੋਂ ਤੁਹਾਡੇ ਅੰਦਰ ਇੱਕ ਜੋਤ ਹੈ, ਜਦੋਂ ਉਹਨੂੰ ਤੁਸੀਂ ਇਹਨਾਂ ਚੀਜ਼ਾਂ ਨਾਲ ਉਹਨੂੰ ਧੁੰਦਲਾ ਕਰਤਾ, then you cannot excel in anything in life. I think ਤੁਹਾਡੀ ਲਾਈਫ ਦੀ ਜਿਹੜੀ ਇੱਕ ਬ੍ਰਾਈਟਨੈਸ ਹੈ ਜਾਂ ਤੁਹਾਡਾ ਔਰਾ ਹੈ, ਉਹ ਹੀ ਖਰਾਬ ਹੋ ਜਾਂਦਾ ਹੈ। ਡਾਕਟਰ ਸਾਹਿਬ, ਯੂਥ ਲਈ ਖਾਸ ਕੀ ਤੁਹਾਨੂੰ ਲੱਗਦਾ ਕਿ ਤੁਸੀਂ ਸਟੱਡੀਜ਼ ਕਰ ਰਹੇ ਹੋ, ਯੂਥ ਨੂੰ ਕਿਹੜੀਆਂ ਚੀਜ਼ਾਂ ਦੇ ਵਿੱਚ ਆਪਾਂ ਬਿਜ਼ੀ ਰੱਖੀਏ ਜਾਂ ਕਿਹੜੇ ਮਸਲਿਆਂ 'ਚ ਰੱਖੀਏ ਤਾਂ ਕਿ ਯੂਥ ਐਂ ਚਮਕਦਾ ਰਹੇ ਜਿਵੇਂ ਯੂਥ ਨੂੰ ਚਮਕਣਾ ਚਾਹੀਦਾ? ਦੇਖੋ, ਲਾਈਫ ਇਜ਼ ਅ ਟੇਬਲ। ਆਈ ਵੁੱਡ ਸੇ ਹੈਵ ਅ ਬੈਲੈਂਸ ਲਾਈਫ। ਜਿਸ ਤਰ੍ਹਾਂ ਟੇਬਲ ਦੀਆਂ 4 ਲੱਤਾਂ ਨੇ, ਉਸੇ ਤਰ੍ਹਾਂ ਲਾਈਫ ਦੇ 4 ਪਿਲਰਸ ਨੇ। 1 ਇਜ਼ ਯੋਰ ਵਰਕ, ਤੁਹਾਡੀ ਪੜ੍ਹਾਈ ਲਿਖਾਈ, ਤੁਹਾਡੇ ਸਕਿੱਲਸ। 2nd ਇਜ਼ ਯੋਰ ਰਿਲੇਸ਼ਨਸ਼ਿਪ। ਨੰਬਰ 3 ਹੈਲਥ। 4th ਇਜ਼ ਯੋਰ ਸਪਿਰਿਚੁਅਲਿਟੀ, ਸਪਿਰਿਚੁਅਲ ਡਿਵੈਲਪਮੈਂਟ, ਵਿਚ ਇਜ਼ ਵੈਰੀ ਇੰਪੋਰਟੈਂਟ ਪਾਰਟ ਆਫ ਯੋਰ ਗਰੋਥ। ਤੇ ਇੱਕੋ ਚੀਜ਼ ਨੂੰ ਜੇ ਅਸੀਂ ਓਵਰਡੂ ਕਰਤਾ ਤੇ ਬਾਕੀ ਚੀਜ਼ਾਂ ਨੂੰ ਇਗਨੋਰ ਕਰਤਾ, ਫਿਰ ਦੈਨ ਦ ਟੇਬਲ ਆਫ ਲਾਈਫ ਕੈਨ ਨਾਟ ਸਟੈਂਡ ਔਨ 1 ਲੈਗ। ਤੇ ਜੇ 2 ਲੱਤਾਂ ਉੱਚੀਆਂ ਹੋ ਗਈਆਂ, 2 ਨੀਵੀਆਂ, ਮੈਂ ਆਪਣੀ ਹਰ ਵਰਕਸ਼ਾਪ 'ਚ ਐਗਜ਼ਾਮਪਲ ਜ਼ਰੂਰ ਦਿੰਦੀ ਹਾਂ, ਇਫ ਯੂ ਕੀਪ ਸਮਥਿੰਗ ਔਨ ਦੈਟ ਟੇਬਲ ਇਟ ਵਿਲ ਸਲਾਈਡ ਡਾਊਨ। ਸੋ ਹੈਵ ਅ ਬੈਲੈਂਸ ਲਾਈਫ। ਸਾਰਾ ਕੁਝ ਕਰੋ, ਐਕਸਰਸਾਈਜ਼ ਵੀ ਕਰੋ, ਪੜ੍ਹੋ ਵੀ, ਰਿਸ਼ਤਿਆਂ ਦੀ ਅਹਿਮੀਅਤ ਸਮਝੋ, ਆਪਣੇ ਪੇਰੈਂਟਸ ਦੇ ਨਾਲ ਅੱਛਾ ਕਨੈਕਟ ਬਣਾਓ, ਐਂਡ ਦੈਨ ਡੂ ਸਮਥਿੰਗ ਫॉर ਸਮਬਡੀ। ਐਜ਼ ਆਈ ਸੈਡ, ਸਪਿਰਿਚੁਅਲ ਗਰੋਥ ਇਜ਼ ਨਾਟ ਜਸਟ ਕਿ ਪਾਠ ਪੂਜਾ ਕਰਨਾ, ਬਟ ਬੀਇੰਗ ਕਨੈਕਟਡ ਟੂ ਅ ਬਿਗਰ ਗੋਲ ਇਨ ਲਾਈਫ, ਅ ਬਿਗਰ ਕਾਜ਼। ਸੋ ਉਹਦੇ ਲਈ ਵੀ ਹੈਵ ਟੂ ਵਰਕ। ਸੋ ਹੈਵ ਅ ਬੈਲੈਂਸ ਲਾਈਫ ਐਂਡ ਦੈਨ ਡੋਂਟ ਲੂਜ਼ ਹੋਪ। ਜਿਹੜੀਆਂ ਸਾਡੀਆਂ ਅੱਜ ਦੀਆਂ ਸਕਿੱਲਸ ਨੇ ਨਾ, ਵੀ ਹੈਵ ਟੂ ਰਿਮੈਂਬਰ, ਵੀ ਹੈਵ ਟੂ ਹੈਵ ਐਡਵਰਸਿਟੀ ਕੋਸ਼ੈਂਟ ਡਿਵੈਲਪਡ ਇਨ ਅਸ। ਬੁਰਾ ਟਾਈਮ ਨੂੰ ਫੇਸ ਕਰਨ ਲਈ ਜੋ ਇੱਕ ਸਕਿੱਲਸ ਨੇ ਨਾ, ਉਹ ਬਹੁਤ ਇੰਪੋਰਟੈਂਟ ਨੇ। ਆਈ ਵੁੱਡ ਸੇ ਕਿ ਸਾਰੇ ਟੀਚਰਸ, ਉਹਨਾਂ ਦੀ ਗਰੋਥ ਘਟ ਰਹੀ ਹੈ। ਹਾਂਜੀ, ਦੇਖੋ ਅੱਜ ਕੱਲ੍ਹ ਆਈ ਥਿੰਕ ਇਟ ਸ਼ੁੱਡ ਬੀ ਅ ਪਾਰਟ ਆਫ ਸਕੂਲ ਕਿਉਰਿਕੂਲਮ, ਐਡਵਰਸਿਟੀ ਨੂੰ ਫਾਈਟ ਕਰਨਾ। ਜਿਸ ਤਰ੍ਹਾਂ ਇੱਕ ਟਾਈਮ ਸੀਗਾ, ਕਹਿੰਦੇ ਸੀਗੇ ਇਫ ਯੂ ਹੈਵ ਅ ਹਾਈ IQ ਯੂ ਆਰ ਸਕਸੈਸਫੁਲ, ਕਿ ਤੁਹਾਨੂੰ ਪ੍ਰੋਬਲਮ ਸੋਲਵਿੰਗ ਕਰਨੀ ਆਉਂਦੀ ਆ, ਮੈਥਸ ਦੇ ਸਮ ਆਉਂਦੇ ਨੇ, ਇੰਗਲਿਸ਼ ਦੀ ਵੋਕੈਬਲਰੀ ਆਉਂਦੀ ਆ, ਤਾਂ ਯੂ ਆਰ ਸੈਟ ਫॉर ਲਾਈਫ, ਯੂ ਆਰ ਰੈਡੀ ਟੂ ਗੋ। ਬਟ ਦੈਨ ਕੇਮ ਅ ਟਾਈਮ ਵੈਨ ਦੇ ਸੈਡ ਕਿ ਨਹੀਂ, ਦਿਸ ਇਜ਼ ਨਾਟ ਇਨਫ, ਯੂ ਨੀਡ ਟੂ ਹੈਵ ਇਮੋਸ਼ਨਲ ਕੋਸ਼ੈਂਟ। EQ ਇਜ਼ ਇੰਪੋਰਟੈਂਟ। ਤੁਸੀਂ ਇੱਕ ਲਾਈਫ ਦੇ ਸਟੇਜ ਤੱਕ ਪਹੁੰਚ ਜਾਓਗੇ, ਬਟ ਹਾਊ ਮਚ ਹਾਈ ਯੂ ਗਰੋ, ਨਜ਼ਰੀਏ ਨਾ ਪਹੁੰਚਣਾ। ਹਾਂਜੀ, ਉਹ ਤੁਸੀਂ ਆਪਣੀ ਇਮੋਸ਼ਨਸ, ਤੁਸੀਂ ਆਪਣੀਆਂ ਜਿਹੜੀਆਂ ਇਮੋਸ਼ਨਸ ਨੇ ਕਿਸ ਤਰ੍ਹਾਂ ਉਹਨਾਂ ਨੂੰ ਹੈਂਡਲ ਕਰਦੇ ਹੋ, ਦੂਸਰੇ ਦੀਆਂ ਵੀ ਕਿਸ ਤਰ੍ਹਾਂ। ਜਿਸ ਤਰ੍ਹਾਂ ਸਪੋਜ਼ ਤੁਹਾਡੀ ਮੇਰੀ ਕਿਸੇ ਗੱਲ ਤੇ ਕੌਨਫਲਿਕਟ ਹੋ ਜਾਏ, ਤੇ ਜੇ ਅਸੀਂ ਲੜ ਲਈਏ,
ਕਿ ਬਹੁਤ ਜ਼ਿਆਦਾ ਸਿਚੁਏਸ਼ਨ ਹੋਰ ਖਰਾਬ ਹੋ ਜਾਏ, ਦਿਸ ਵਿਲ ਸਪੋਇਲ ਯੋਰ ਕਰੀਅਰ, ਦਿਸ ਕੈਨ ਸਪੋਇਲ ਮਾਈ ਕਰੀਅਰ, ਐਂਡ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ। ਸੋ ਇਮੋਸ਼ਨਸ ਨੂੰ ਹੈਂਡਲ ਕਰਨਾ, ਸਪੈਸ਼ਲੀ ਜਿਹੜੀਆਂ ਨੈਗੇਟਿਵ ਇਮੋਸ਼ਨਸ ਨੇ, ਜਿਸ ਤਰ੍ਹਾਂ ਜੈਲਸੀਜ਼, ਹੇਟਰੇਡ, ਫੇਲੀਅਰ ਨੂੰ ਹੈਂਡਲ ਕਰਨਾ ਬਹੁਤ ਇੰਪੋਰਟੈਂਟ ਜਿਹੜਾ ਚੀਜ਼ ਹੈ ਅੱਜ ਕੱਲ੍ਹ ਕੀ, ਬਿਕੋਜ਼ ਚਿਲਡਰਨ ਬਿਕਮ ਡਿਪਰੈਸਡ। ਬਹੁਤ ਬੱਚੇ ਸੈਡਨੈਸ 'ਚ ਆ ਰਹੇ ਨੇ ਕਿਉਂਕਿ ਉਹਨਾਂ ਨੇ ਕੋਈ ਐਗਜ਼ਾਮ ਕ੍ਰੈਕ ਕਰਨਾ ਸੀਗਾ ਤੇ ਹੋਇਆ ਨਹੀਂ। ਕਿਹੜੀ ਐਜੂਕੇਸ਼ਨ 'ਚ ਤੁਹਾਨੂੰ ਲੱਗਦਾ ਹੈ ਕਿ ਚੀਜ਼ ਬਦਲਾਅ ਕਰਨੀ ਚਾਹੀਦੀ ਹੈ ਕਿ ਬੱਚੇ ਡਿਪਰੈਸ਼ਨ 'ਚ ਨਾ ਜਾਣ? ਬੱਚਿਆਂ ਨੂੰ ਦੇਖੋ ਇੰਗੇਜ ਰੱਖੋ, ਆਈ ਵੁੱਡ ਸੇ ਸ਼ੁਰੂ ਤੋਂ ਹੀ ਨਾ। ਪਹਿਲਾਂ ਤਾਂ ਜਿਹੜੇ ਟੀਚਰਸ ਨੇ ਉਹ ਆਪਣਾ ਇੱਕ ਐਟੀਟਿਊਡ ਚੇਂਜ ਕਰਨ। ਜਿਹੜੇ ਵੀ ਬੱਚਿਆਂ ਦੇ ਨਾਲ ਇਨਵੋਲਵਡ ਨੇ, ਦੇ ਕੈਨ ਨਾਟ ਜਸਟ ਗੋ ਇਨਟੂ ਦ ਕਲਾਸਰੂਮ ਵਿਦ ਅ ਸੈਡ ਫੇਸ। ਦ ਟੀਚਰਸ ਹੂ ਆਰ ਇਨ ਦ ਪ੍ਰਾਇਮਰੀ ਐਜੂਕੇਸ਼ਨ, ਉਹ ਸਾਨੂੰ ਇਸ ਤਰ੍ਹਾਂ ਦੇ ਲਿਆਣੇ ਜਿਹੜੇ ਕਿ ਬਹੁਤ ਜ਼ਿਆਦਾ ਐਕਟਿਵ, ਚੀਅਰਫੁਲ, ਬ੍ਰਾਈਟ, ਤੇ ਬੱਚਿਆਂ ਨੂੰ ਇੱਕ ਐਸੇ ਰੋਲ ਮਾਡਲ ਬਣਨ ਕਿ ਯੈਸ ਦੇਰ ਇਜ਼ ਸੋ ਮਚ ਆਫ ਬਿਊਟੀ ਇਨ ਦ ਲਾਈਫ, ਬਹੁਤ ਜੋਏ ਹੈ, ਬਹੁਤ ਐਕਸਾਈਟਮੈਂਟ ਹੈ। ਤੇ ਬੱਚਿਆਂ ਨੂੰ ਇਸ ਤਰ੍ਹਾਂ ਪ੍ਰਿਪੇਅਰ ਕਰਨ, ਕਲਾਸ 'ਚ ਜਾਣ ਤਾਂ ਪਹਿਲੀ ਚੀਜ਼ ਹੀ ਇਸ ਤਰ੍ਹਾਂ ਦੀ ਹੋਏ ਕਿ ਯੈਸ ਦ ਵਰਲਡ ਇਜ਼ ਦ ਮੋਸਟ ਹੈਪੀਐਸਟ ਪਲੇਸ। ਅੱਛਾ ਜੀ। ਸੋ ਇੱਕ ਹੈਪੀਨੈਸ ਕਿਊਰੀਕੁਲਮ ਬਹੁਤ ਇੰਪੋਰਟੈਂਟ ਹੈ, ਜੋ ਕਿ ਬੜੀ ਜਗ੍ਹਾ ਦਿੱਲੀ ਵਿੱਚ ਵੀ ਜਿਸ ਤਰ੍ਹਾਂ ਕੀਤਾ ਹੈ, ਹੋਰ ਵੀ ਕਈ ਕੰਟਰੀਜ਼ ਦੇ ਵਿੱਚ ਬੱਚਿਆਂ ਨੂੰ ਲਾਈਫ ਸਕਿੱਲਸ ਜਿਹੜੀਆਂ ਤੁਹਾਨੂੰ ਗੱਲ ਕਰ ਰਹੀ ਹਾਂ ਉਹਨਾਂ ਬਾਰੇ ਗੱਲ ਕਰਨੀ, ਇੱਕ ਐਕਸਪ੍ਰੈਸ ਕਰਨਾ ਆਪਣੇ ਥਾਟਸ ਨੂੰ, ਪੋਜ਼ਿਟਿਵ ਐਕਸਪ੍ਰੈਸ਼ਨ, ਇੱਕ ਦੂਸਰੇ ਦੀ ਕੌਨਫੀਡੈਂਸ ਨੂੰ ਵਧਾਉਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਜੇ ਕਲਾਸਰੂਮ 'ਚ 10-15 ਮਿੰਟ ਵੀ ਕਰ ਲਈਏ ਨਾ ਸਵੇਰੇ, ਇੱਕ ਬਹੁਤ ਅੱਛੀ ਟਰਸਟ ਬਿਲਡਿੰਗ ਹੋ ਜਾਂਦੀ ਆ। ਯੂ ਡੋਂਟ ਫੀਲ ਕਿ ਜਿਹੜੇ ਅਦਰਸ ਅਰਾਊਂਡ ਯੂ ਦੇ ਆਰ ਅ ਥ੍ਰੈਟ ਟੂ ਯੂ, ਯੂ ਫੀਲ ਦੈਟ ਯੂ ਆਰ ਅ ਪਾਰਟ ਆਫ ਟੀਮ। ਸੋ ਐਜ਼ ਅ ਟੀਮ ਜਿਹੜਾ ਵਰਕ ਕਰਨਾ ਹੈ ਨਾ, ਇੱਕ ਟੀਮ ਸਪਿਰਿਟ, ਉਹ ਟੀਚਰ ਦੇ ਹੱਥ ਵਿੱਚ ਬਹੁਤ ਇੰਪੋਰਟੈਂਟ ਹੈ। ਸੋ ਆਈ ਥਿੰਕ ਵੀ ਨੀਡ ਟੂ ਗਿਵ ਅ ਲੋਟ ਆਫ ਟ੍ਰੇਨਿੰਗ to the primary school teachers. It has to start from the beginning ਕਿ ਇੱਕ classroom environment ਨੂੰ ਕਿਸ ਤਰ੍ਹਾਂ ਅਸੀਂ ਬਹੁਤ happy ਤੇ enthusiastic ਬਣਾਉਣਾ ਹੈ। So we have to kind of train the teachers, to train the students to inject positivity every moment of life. ਲਾਈਫ ਦੇ ਹਰ ਮੋਮੈਂਟ ਦੇ ਵਿੱਚ ਪੋਜ਼ਿਟਿਵਿਟੀ ਕਿਸ ਤਰ੍ਹਾਂ ਇਨਫਿਊਜ਼ ਕਰਨੀ ਆ, ਉਹ ਸਾਨੂੰ ਐਫਰਟ ਕਰਨੀ ਪਏਗੀ। ਸੋਸ਼ਲ ਮੀਡੀਆ ਦਾ ਕੀ ਹਾਲ ਹੈ ਮਾਨਸਿਕ ਤੌਰ ਤੇ ਵੇਖੀਏ ਤਾਂ? ਸੋਸ਼ਲ ਮੀਡੀਆ, ਮੈਂ ਕੱਲ੍ਹ ਹੀ ਕੋਈ ਵਰਕਸ਼ਾਪ ਕਰ ਰਹੀ ਸੀ, ਉਹ ਮੈਂ ਕਹਿ ਰਹੀ ਸੀ ਕਿ ਮੈਨੂੰ ਤੁਸੀਂ ਇੱਕ ਬੱਚਾ ਦੇ ਦਿਓ 18-19 ਸਾਲ ਦਾ, ਤੇ ਉਹਨੂੰ ਮੈਂ 10 ਮਿੰਟ ਦੇ ਵਿੱਚ ਉਹਨੂੰ ਮੈਂ ਡਿਪਰੈਸ਼ਨ 'ਚ ਲੈ ਆ ਸਕਦੀ ਹਾਂ। ਉਹਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਾਊਂਗੀ ਕਿ ਜਿਹਦੇ ਨਾਲ ਉਹ ਕਹੇਗਾ ਕਿ ਮੇਰੀ ਲਾਈਫ ਤਾਂ ਬੜੀ ਬਕਵਾਸ ਆ, ਮੇਰੇ ਨਾਲ ਦਿਆਂ ਦੀ ਲਾਈਫ ਬਹੁਤ ਚੰਗੀ ਆ, ਮੈਂ ਕੀ ਕਰ ਰਿਹਾ, ਮੇਰੇ ਪੇਰੈਂਟਸ ਨੇ ਮੇਰੇ ਲਈ ਕੀ ਕੀਤਾ, ਮੇਰੀ ਤਾਂ ਲਾਈਫ 'ਚ ਕੋਈ ਫਨ ਨਹੀਂ ਆ, ਕੋਈ ਐਕਸਾਈਟਮੈਂਟ ਨਹੀਂ ਆ। ਤੇ ਉਹ ਕੰਪੇਅਰ ਕਰੇਗਾ ਤੇ ਨਾਲ ਹੀ ਆਪਣੇ ਆਪ ਨੂੰ ਡਿਪਰੈਸ਼ਨ 'ਚ ਲੈ ਜਾਏਗਾ। he will start feeling very bad about himself or herself, ਚਾਹੇ ਤੁਹਾਡੀ ਬੋਡੀ ਬਾਰੇ, ਚਾਹੇ ਆਪਣੀ ਫਾਈਨੈਂਸ਼ੀਅਲ ਸਟੇਟਸ ਬਾਰੇ, ਚਾਹੇ ਪਰਸਨਲ ਸਕਸੈਸ ਆਫ ਲਾਈਫ। ਸੋ ਸੋਸ਼ਲ ਮੀਡੀਆ ਇਜ਼ ਗੁੱਡ ਬਟ ਇਟ ਸ਼ੁੱਡ ਬੀ ਫॉर योर ਗਰੋਥ। ਬਟ ਜੇ ਤੁਸੀਂ ਜੱਜ ਕਰਨ ਲਈ ਕਿਸੇ ਨੂੰ ਜਾਂ ਆਪਣੇ ਆਪ ਨੂੰ ਲੋ ਫੀਲ ਕਰਨ ਲਈ ਉਹਨੂੰ ਐਜ਼ ਅ ਟੂਲ ਫॉर ਕੰਪੈਰੀਜ਼ਨ ਯੂਜ਼ ਕਰ ਰਹੇ ਹੋ, ਦੈਨ ਇਟ ਇਜ਼ ਨਾਟ ਗੁੱਡ। ਵੀ ਹੈਵ ਟੂ ਅੰਡਰਸਟੈਂਡ ਦ ਰਿਐਲਿਟੀ ਬਿਹਾਈਂਡ ਇਟ ਕਿ ਜੋ ਦਿਖ ਰਿਹਾ ਹੈ ਨਾ, ਉਹ ਪੀਪਲ ਆਰ ਜਸਟ ਪੁਟਿੰਗ ਦੇ ਬੈਸਟ ਫੁੱਟ ਫॉरवर्ड, ਇਟ ਇਜ਼ ਨਾਟ ਦ ਟਰੁਥ, ਦ ਰਿਐਲਿਟੀ ਇਜ਼ ਸਮਥਿੰਗ ਐਲਸ। So we don't have to waste our time. We have to see ਕਿ ਜੋ ਅਸੀਂ ਟਾਈਮ ਲਗਾ ਰਹੇ ਹਾਂ, whether we are in the productive zone or unproductive zone. ਜੇ ਤਾਂ ਤੁਸੀਂ ਸੋਸ਼ਲ ਮੀਡੀਆ ਯੂਜ਼ ਕਰ ਰਹੇ ਹੋ ਐਂਡ ਯੂ ਆਰ ਇਨ ਅ ਪ੍ਰੋਡਕਟਿਵ ਜ਼ੋਨ, ਤੁਸੀਂ ਉੱਥੋਂ ਕੋਈ ਡਿਜ਼ਾਈਨ ਕਾਪੀ ਕਰ ਰਹੇ ਹੋ, ਕੋਈ ਆਈਡੀਆ ਲੈ ਰਹੇ ਹੋ ਕਿ ਹਾਂ ਮੈਂ ਵੀ ਡਿਜ਼ਾਈਨਰ ਬਣਨਾ ਹੈ, ਮੈਂ ਇੱਦਾਂ ਦੇ ਡਿਜ਼ਾਈਨਿੰਗ ਕਰਨੀ ਆ, ਜਾਂ ਮੈਂ ਕੋਈ ਇੰਸਪੀਰੇਸ਼ਨ ਲੈ ਰਹੇ ਹੋ, ਕੋਈ ਹੋਪ ਲੈ ਰਹੇ ਹੋ, then that's a good thing. ਜਾਂ ਹਿਊਮਰ ਲੈ ਰਹੇ ਹੋ, that's a good thing. ਬਟ ਜੇ ਤੁਸੀਂ ਉਹਦੇ 'ਚ ਨੋਨ ਪ੍ਰੋਡਕਟਿਵ ਆਪਣਾ ਟਾਈਮ ਖਰਾਬ ਕਰ ਰਹੇ ਹੋ, ਜਿਹਦਾ ਕੋਈ ਅਨਪ੍ਰੋਡਕਟਿਵ ਹੋ, ਕੁਛ ਵੀ ਨਹੀਂ ਨਿਕਲਣਾ ਉਹਦੇ 'ਚੋਂ, ਦੈਨ ਯੂ ਹੈਵ ਟੂ ਸੀ ਕਿ ਤੁਸੀਂ ਲਾਈਫ ਦੀ ਕਿਹੜੀ ਲੇਨ 'ਚ ਜਾ ਰਹੇ ਹੋ। ਅਸੀਂ ਆਪਣਾ ਟਾਈਮ ਦੇ ਕੇ ਅਗਲੇ ਨੂੰ ਫੇਮਸ ਕਰ ਰਹੇ ਹਾਂ, ਅਗਲੇ ਨੂੰ ਰਿਚ ਕਰ ਰਹੇ ਹਾਂ। ਸੋ ਆਰ ਵੀ ਰੈਡੀ ਟੂ ਬੀ ਯੂਜ਼ਡ ਫॉर दैट पर्पस ਔਰ ਨਾਟ, ਬਿਕੋਜ਼ ਅਗਲੇ ਨੂੰ ਉਹਨੇ ਵਿਊਜ਼ ਮਿਲ ਜਾਣੇ ਨੇ, ਉਹਦੇ ਫੋਲੋਅਰਸ ਵਧਣੇ ਨੇ, ਉਹਨੂੰ ਹੋਰ ਬਿਜ਼ਨਸ ਮਿਲੇਗਾ। ਸੋ ਵੀ ਆਰ ਬੀਇੰਗ ਯੂਜ਼ਡ। ਸਾਨੂੰ ਕੀ ਮਿਲੂਗਾ? ਸਾਨੂੰ ਕੀ ਮਿਲੇਗਾ? ਅਗਲਾ ਤਾਂ ਰਿਚ ਐਂਡ ਫੇਮਸ ਬਣ ਗਿਆ, ਉਹਦੀ ਆਈਡੈਂਟਿਟੀ ਸਟਰੋਂਗ ਹੋ ਗਈ ਐਟ ਯੋਰ ਕਾਸਟ। Are we ready to be used for that or not? So question yourself ਕਿ it is useful for your growth, ਤੁਹਾਡਾ ਜੋ long term life ਦਾ plan ਆ ਉਹਦੇ 'ਚ ਹੈਲਪ ਕਰ ਰਿਹਾ ਕਿ ਨਹੀਂ ਕਰ ਰਿਹਾ, ਤੁਹਾਨੂੰ ਰਿਫਰੈਸ਼ ਕਰ ਰਿਹਾ ਹੈ, ਤੁਹਾਨੂੰ ਐਂਟਰਟੇਨ ਕਰ ਰਿਹਾ ਹੈ, ਤੁਹਾਨੂੰ ਕੋਈ ਐਕਸਾਈਟਮੈਂਟ ਦੇ ਰਿਹਾ, then that's good. ਬਟ ਜੇ ਤੁਸੀਂ ਨੈਗੇਟਿਵ ਜਾ ਰਹੇ ਹੋ, ਡਾਊਨਵਰਡ ਸਪਾਇਰਲ 'ਚ ਜਾ ਰਹੇ, ਇਟਸ ਅ ਡਾਊਨਵਰਡ ਸਪਾਇਰਲ। ਬਹੁਤ ਮੁਸ਼ਕਿਲ ਨਿਕਲਦਾ ਹੈ ਫਿਰ ਬੱਚਾ। ਤੁਹਾਡੇ ਇੱਕ ਮਾਈਂਡ 'ਚ ਥਾਟ ਆ ਜਾਏ, ਉਹਦੇ ਲਈ ਤੁਹਾਨੂੰ ਪੇਰੈਂਟਸ ਹੈਵ ਟੂ ਵਰਕ ਅ ਲੋਟ, ਟੀਚਰਸ ਹੈਵ ਟੂ ਵਰਕ ਅ ਲੋਟ ਔਨ ਦੈਟ ਚਾਈਲਡ। ਉਹਨੂੰ ਉਸ ਚੀਜ਼ ਤੋਂ ਕੱਢਣ ਲਈ ਜਿਹੜੀ ਨੈਗੇਟਿਵ ਇੱਕ ਲੂਪ 'ਚ ਆ ਜਾਂਦਾ ਹੈ, ਇਟ ਟੇਕਸ ਅ ਲੋਟ ਆਫ ਐਫਰਟ ਟੂ ਗੈਟ ਆਊਟ ਆਫ। ਡਾਕਟਰ ਸਾਹਿਬ, ਡਰੱਗ 'ਚ ਬੱਚੇ ਪੈ ਜਾਂਦੇ ਆ, ਇਹ ਵੀ ਇੱਕ ਮਾਨਸਿਕ ਹਾਲਾਤ ਹੈ, ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਬੱਚੇ ਨੂੰ ਕੱਢਣਾ ਹੋਵੇ ਤਾਂ ਕਿਸ ਤਰ੍ਹਾਂ ਨਾਲ ਕੱਢਿਆ ਜਾ ਸਕਦਾ? ਦੇਖੋ, ਇਹਦਾ ਪਹਿਲਾਂ ਤਾਂ ਆਈ ਵੁੱਡ ਸੇ ਕਿ ਜੋ ਮੇਰਾ ਇੱਕ ਐਨਾਲਿਸਿਸ ਆ ਨਾ,
ਜਿਹੜੀ ਡਰੱਗਸ ਹੋ ਗਿਆ ਜਾਂ ਪੰਜਾਬ ਦੇ ਬੱਚਿਆਂ ਦਾ ਨੈਗੇਟਿਵ ਟ੍ਰੈਂਡ ਟੁਵਰਡਸ ਗੈਂਗਸ ਐਂਡ ਆਲ ਦੈਟ, ਐਂਟੀ ਸੋਸ਼ਲ ਐਕਟੀਵਿਟੀਜ਼, ਕ੍ਰਿਮੀਨਲ ਐਕਟੀਵਿਟੀਜ਼, ਆਈ ਸੀ ਇਟ ਐਜ਼ ਅ ਅਨਮੈਟ ਮੈਂਟਲ ਹੈਲਥ ਨੀਡ। ਦੇਖੋ ਜਦੋਂ ਜੋ ਸਟੈਟਿਸਟਿਕਸ ਕਹਿੰਦੇ ਨੇ ਨਾ ਕਿ 14 ਸਾਲ ਦੀ ਉਮਰ ਵਿੱਚ ਜਿਹੜੇ ਬੰਦੇ ਨੇ ਬਾਅਦ 'ਚ ਮੈਂਟਲ ਹੈਲਥ ਪ੍ਰੋਬਲਮ ਜਿਹਨੂੰ ਆਉਣੀ ਹੈ ਨਾ 50% ਦਾ ਪਹਿਲਾ ਲੱਛਣ ਆਉਣਾ ਸ਼ੁਰੂ ਹੋ ਜਾਂਦਾ ਹੈ 14 ਸਾਲ ਤੱਕ। ਹਾਂਜੀ, ਜਿਨ੍ਹਾਂ ਲੋਕਾਂ ਨੂੰ ਕੱਲ ਮੈਂਟਲ ਹੈਲਥ ਪ੍ਰੋਬਲਮ ਆਏਗੀ 50% ਬੱਚੇ 14 ਸਾਲ 'ਚ ਉਹਨਾਂ ਦਾ ਪਹਿਲਾਂ ਦਿਖਣ ਲੱਗ ਪਏਗਾ ਸਾਈਨ, ਅਤੇ 75% ਦਾ 18 ਸਾਲ ਤੱਕ ਦਿਖਣ ਲੱਗ ਪੈਂਦਾ ਹੈ। ਬਟ ਆਪਣੇ ਕੰਟਰੀ ਦੀ ਇਹ ਤਰਾਸਦੀ ਕਹਿ ਲਓ ਜਾਂ ਇੱਕ ਬੈਡ ਸਿਚੁਏਸ਼ਨ ਇਹ ਆ ਕਿ ਸਾਡੇ ਕੋਲੋਂ ਉਹਨਾਂ ਦਾ ਡਾਇਗਨੋਸ ਨਹੀਂ ਹੁੰਦਾ, ਕਿ 11 ਸਾਲ ਲੱਗ ਜਾਂਦੇ ਨੇ ਪਹਿਲੇ ਸਾਈਨ ਆਉਣ ਤੋਂ ਲੈ ਕੇ ਹੈਲਪ ਮਿਲਣ ਤੱਕ। ਦ ਰੀਜ਼ਨ ਇਜ਼ ਵੀ ਡੋਂਟ ਹੈਵ ਇਨਫ ਮੈਂਟਲ ਹੈਲਥ ਪ੍ਰੋਫੈਸ਼ਨਲਸ ਇਨ ਦ ਕੰਟਰੀ। ਸਾਡੇ ਕੋਲ ਜਿਹੜਾ ਟਰੀਟਮੈਂਟ ਗੈਪ ਆ ਨਾ ਉਹ 85% to 90% ਟਰੀਟਮੈਂਟ ਗੈਪ ਆ ਆਪਣੇ ਕੰਟਰੀ ਦੇ ਵਿੱਚ, ਕਿ ਜੇ 100 ਲੋਕਾਂ ਨੂੰ ਮੈਂਟਲ ਹੈਲਥ ਪ੍ਰੋਬਲਮ ਆ ਨਾ ਸਿਰਫ 10 ਜਾਂ 15% ਨੂੰ ਹੈਲਪ ਮਿਲੇਗੀ, ਕਿਉਂਕਿ ਸਾਡੇ ਕੋਲ ਨਾ ਤਾਂ ਸਾਈਕੈਟਰਿਸਟ ਨੇ ਬਹੁਤੇ, ਨਾ ਸਾਈਕੋਲੋਜਿਸਟ ਨੇ, ਕਲੀਨਿਕਲ ਸਾਈਕੋਲੋਜਿਸਟ, ਟ੍ਰੇਨਡ ਕਾਉਂਸਲਰਸ ਹੈ ਹੀ ਨਹੀਂ ਆ। ਸੋ ਇਹ ਜਿਹੜੀਆਂ ਚੀਜ਼ਾਂ ਆਈਆਂ ਨੇ ਨਾ ਇਹ ਬਿਕੋਜ਼ ਬੱਚਿਆਂ ਨੂੰ ਜਿਨ੍ਹਾਂ ਨੂੰ ਮੈਂਟਲ ਹੈਲਥ ਪ੍ਰੋਬਲਮ ਸੀਗੀਆਂ, ਜਿਸ ਤਰ੍ਹਾਂ ਮੈਂ ਕਹਿ ਰਹੀ ਹਾਂ ਕਿ ਇੰਨੇ ਜ਼ਿਆਦਾ ਡਿਪਰੈਸ਼ਨ ਵੱਧ ਗਿਆ, ਇੰਨਾ ਸੁਸਾਈਡ ਵੱਧ ਰਿਹਾ ਹੈ ਇੰਡੀਆ ਦੇ ਵਿੱਚ। ਕਹਿੰਦੇ ਨੇ 1 in 4 ਪੀਪਲ ਨੀਡ ਅ ਕਾਉਂਸਲਰ, ਅਤੇ ਇੱਕ ਬੰਦੇ ਨੂੰ 6 ਵਿੱਚੋਂ ਸਾਈਕੈਟਰਿਸਟ ਦੀ ਲੋੜ ਆ। ਇੰਨੇ ਬੰਦਿਆਂ ਨੂੰ ਮੈਂਟਲ ਹੈਲਪ ਦੀ ਲੋੜ ਹੈ, 11 ਸਾਲ ਉਹਨਾਂ ਨੂੰ ਟਰੀਟਮੈਂਟ ਨਹੀਂ ਮਿਲ ਰਿਹਾ, ਤੇ ਉਹਨਾਂ 11 ਸਾਲਾਂ ਦੇ ਵਿੱਚ ਉਹ ਕੀ ਹੁੰਦਾ ਉਸ ਬੱਚੇ ਦਾ ਰਾਹ ਬਦਲ ਲੈਂਦੇ ਕਿਉਂਕਿ ਦੇਖੋ ਪੜ੍ਹਾਈ ਤੁਹਾਡੇ ਕੋਲ ਹੋਏਗੀ ਨਹੀਂ, ਟੀਚਰ ਸਾਨੂੰ ਝਿੜਕਣਗੇ, ਨਾਲ ਦੇ ਤੁਹਾਡੇ ਤੇ ਹੱਸਣਗੇ, ਪੇਰੈਂਟਸ ਸਾਨੂੰ ਗਾਲਾਂ ਕੱਢਣਗੇ ਕਿ ਤੂੰ ਪੜ੍ਹਦਾ ਨਹੀਂ, ਲਿਖਦਾ ਨਹੀਂ ਤੂੰ। ਉਹ ਫਿਰ ਬੱਚਾ ਨਿਕਲਦਾ ਆਪਣੇ ਮੇਨ ਸਟਰੀਮ ਤੋਂ, ਮੁੱਖ ਧਾਰਾ ਤੋਂ ਇੱਧਰ ਉੱਧਰ ਚਲੇ ਜਾਂਦਾ ਜਿੱਥੇ ਉਹਨੂੰ ਪਿਆਰ ਇੱਜ਼ਤ ਮਿਲਦਾ ਹੈ। ਸੋ ਆਈ ਵੁੱਡ ਸੇ ਬੀਇੰਗ ਅ ਸਾਈਕੋਲੋਜਿਸਟ ਕਿ ਪਹਿਲਾਂ ਅਰਲੀ ਜਿਹੜਾ ਡਾਇਗਨੋਸ ਕਰੋ ਤੇ ਉਹਦਾ ਟਰੀਟਮੈਂਟ ਕਰੋ। ਨਹੀਂ ਹੋਏਗਾ ਤੇ ਇਹੀ ਹੋਏਗਾ, ਡਰੱਗਸ ਹੋਣਗੀਆਂ, ਗੈਂਗਸ ਹੋਣਗੇ, ਆਲ ਐਂਟੀ ਸੋਸ਼ਲ ਐਕਟੀਵਿਟੀਜ਼ ਹੋਣਗੀਆਂ। ਸੋ ਫਸਟ ਆਫ ਆਲ ਸਾਨੂੰ ਆਪਣਾ ਜੋ ਹੁਣ ਹੋ ਗਿਆ ਪਹਿਲਾਂ, ਬਟ ਨਾਓ ਸਾਨੂੰ ਟ੍ਰੇਨ ਕਰਨਾ ਪਏਗਾ ਟੀਚਰਸ ਨੂੰ। ਯਾਨੀ ਟੀਚਰਸ ਦੀ ਬਹੁਤ ਵੱਡੀ ਬਹੁਤ ਲੋੜ ਹੈ। ਦਿਸ ਇਜ਼ ਵਾਟ WHO ਸੇਜ਼ ਕਿ ਹੁਣ ਜਿਹੜਾ ਇੰਨਾ ਟਰੀਟਮੈਂਟ ਗੈਪ ਆ 85% 90% ਨੂੰ ਟਰੀਟਮੈਂਟ ਨਹੀਂ ਮਿਲ ਰਿਹਾ, ਹੁਣ ਰਾਤੋਂ ਰਾਤ ਤਾਂ ਸਾਈਕੋਲੋਜਿਸਟ ਸਾਈਕੈਟਰਿਸਟ ਨਹੀਂ ਜੰਮ ਜਾਣੇ ਨਾ, ਕਿੱਥੋਂ ਹੋਣਗੇ? ਸੋ ਦੇ ਸੇ ਟ੍ਰੇਨ ਦ ਲੇ ਪੀਪਲ, train the teachers, train the ਆਂਗਨਵਾੜੀ ਵਰਕਰਸ, ਜਿਹੜੇ ਪਬਲਿਕ ਜਿਹੜੇ ਹੈਲਥ ਸੈਂਟਰਸ ਨੇ, PHCs ਨੇ, ਬੇਸਿਕ ਟ੍ਰੇਨਿੰਗ ਦਿਓ ਉਹਨਾਂ ਨੂੰ। ਕਹਿੰਦੇ ਨੇ ਲੇ ਕਾਉਂਸਲਰ, ਤਾਂ ਕਿ ਉਹ ਆਈਡੈਂਟੀਫਾਈ ਕਰਨ ਕਿ ਇਸ ਬੱਚੇ ਦੀ ਜਿਹੜੀ ਪ੍ਰੋਬਲਮ ਆ ਰਹੀ ਹੈ ਦਿਸ ਇਜ਼ ਅ ਮੈਂਟਲ ਹੈਲਥ ਪ੍ਰੋਬਲਮ, ਇਹਨੂੰ ਕੋਈ ਐਡਜਸਟਮੈਂਟ ਪ੍ਰੋਬਲਮ ਆ, ਇਹਨੂੰ ਕੋਈ ਇਮੋਸ਼ਨਲ ਪ੍ਰੋਬਲਮ ਹੈ। ਜੇ ਉਹਨੂੰ ਨਹੀਂ ਅਸੀਂ ਕੰਟਰੋਲ ਕਰਾਂਗੇ ਤਾਂ ਇਹ ਸਾਰੀਆਂ ਪ੍ਰੋਬਲਮਸ ਆਉਣਗੀਆਂ ਡਰੱਗਸ ਦੀਆਂ, ਤੇ ਆਲ ਦ ਨਿਫੇਰੀਅਸ ਐਕਟੀਵਿਟੀਜ਼ ਜਾਂ ਈਵਨ ਅੰਡਰ ਅਚੀਵਮੈਂਟ, ਕਿ ਜਿਹੜੇ ਨਹੀਂ ਅਚੀਵ ਕਰ ਪਾਉਂਦੇ, they are not able to give their best in their academics, ਫਿਰ ਉਹ ਜੌਬ ਨਹੀਂ ਮਿਲਦੀ, ਕਿਤੇ ਸਿਲੈਕਸ਼ਨ ਨਹੀਂ ਹੁੰਦੀ, ਕਿਤੇ ਕੈਂਪਸ ਪਲੇਸਮੈਂਟ ਨਹੀਂ ਹੁੰਦੀ, so they miss the bus. So first thing is ਕਿ early diagnose, early treatment, and secondly now ਜਿਨ੍ਹਾਂ 'ਚ problems ਆ ਗਈਆਂ ਨੇ we have to have a lot of empathy for them. We don't have to kind of be afraid of them or hate them. ਉਹਨਾਂ ਲਈ ਸਾਨੂੰ provision ਕਰਨਾ ਪਏਗਾ at every social level, community level, family level. Give them support and try to adjust with their pace. ਇੱਕਦਮ ਮੈਜੀਕਲੀ ਨਹੀਂ ਚੇਂਜ ਹੁੰਦੀਆਂ ਚੀਜ਼ਾਂ, ਬਟ ਉਹਨਾਂ ਨੂੰ ਛੋਟੇ ਟਾਰਗੇਟਸ ਕਾਉਂਸਲਿੰਗ ਦੇ ਨਾਲ, ਜਿਹੜੇ ਲਾਈਫ ਦੇ ਅਚੀਵੇਬਲ ਟਾਰਗੇਟਸ ਨੇ ਉਹਨਾਂ ਲਈ, ਉਹ ਉਹਨਾਂ ਨੂੰ ਦਿਓ। ਗਿਵ them a chance to live, let them try. as I said, ਮੈਂ ਹੁਣੇ ਗੱਲ ਕੀਤੀ ਸੀ ਬਰੂਸ ਲੀ ਦਾ ਸਪਾਈਡਰ ਦੀ, ਟਰਾਈ ਅਸੀਂ ਆਪਣੇ ਲਈ ਤਾਂ ਟਰਾਈ ਕਰਨਾ ਚਾਹੁੰਦੇ ਹਾਂ ਕਿ ਜੇ ਮੈਨੂੰ ਇਹ ਚੀਜ਼ ਨਹੀਂ ਚੰਗੀ ਲੱਗੀ ਤਾਂ ਮੈਂ ਸੈਕਿੰਡ ਚੀਜ਼ ਟਰਾਈ ਕਰ ਲਾਂ, ਬਟ ਵੀ ਡੋਂਟ ਗਿਵ ਅ ਚਾਂਸ ਟੂ ਦੀ ਅਦਰ ਪਰਸਨ ਟੂ ਟਰਾਈ। ਅਗਲਾ ਟਰਾਈ ਕਰੇਗਾ, ਉਹਦਾ ਮਜ਼ਾਕ ਬਣ ਜਾਂਦਾ ਹੈ। ਬਿਲਕੁਲ ਸਹੀ। ਸੋਸਾਇਟੀ ਜਿੰਨਾ ਚੀਜ਼ ਦਾ, ਹਰ ਚੀਜ਼ ਦਾ ਸਟਿਗਮਾ ਹੈ। ਤੁਸੀਂ ਬਹੁਤ ਲੋਕ ਨੇ ਜਿਹੜੇ, ਕਈ ਲੇਡੀਜ਼ ਆਉਂਦੀਆਂ ਨੇ ਕਾਉਂਸਲਿੰਗ ਲਈ, ਜਿਸ ਤਰ੍ਹਾਂ ਫॉर ਐਗਜ਼ਾਮਪਲ ਫਸਟ ਮੈਰਿਜ ਤੁਹਾਡੀ ਖਰਾਬ ਹੋ ਗਈ, ਤੁਸੀਂ ਸੈਕਿੰਡ ਟਾਈਮ ਉਹ ਕਹੇਗਾ ਨਾ, ਅਗਲੇ ਦਾ ਉਹਦਾ ਮਜ਼ਾਕ ਬਣਾ ਦੇਣਗੇ ਕਿ ਦੂਜੀ ਵਾਰ ਕਿਉਂ ਵਿਆਹ ਕਰਾਉਣਾ, ਦੂਸਰੀ ਵਾਰ ਕਿਉਂ ਕੀਤਾ। ਤੁਸੀਂ ਆਪਣੇ ਲਈ ਤਾਂ ਟਰਾਈ ਕਰਦੇ ਹੋ, ਅਗਲੇ ਨੂੰ ਤੁਸੀਂ ਟਰਾਈ ਨਹੀਂ ਕਰਨ ਦਿੰਦੇ। You can try for your work, you can try for your relationships, for everything in life. ਤੁਸੀਂ ਆਪਣੀ ਹੈਲਥ ਲਈ ਟਰਾਈ ਕਰੋ। So give that person a chance to try. ਉਹਨੂੰ ਜੱਜ ਨਾ ਕਰੋ, ਉਹਨੂੰ ਸ਼ੇਮ ਨਾ ਕਰੋ, ਉਹਦੇ ਤੇ ਲੇਬਲ ਨਾ ਲਗਾਓ। ਐਂਡ ਜੋ ਉਹਦੇ ਹੁਣ ਹੱਥ ਵਸ ਹੈ, whatever little is left in life, ਜੋ ਵੀ ਉਹਦੇ ਕੋਲ ਹੈ, ਉਹਨੂੰ ਇੱਕ ਮੌਕਾ ਦਿਓ ਕਿ ਉਹ ਉਹਨੇ ਵਿੱਚ ਇੱਕ ਆਪਣੀ ਸੈਲਫ ਸਫੀਸ਼ੀਐਂਟ ਲਾਈਫ ਲੀਡ ਕਰੇ। ਕੋਈ ਬਹੁਤ ਜ਼ਿਆਦਾ ਵੱਡੀਆਂ ਹੋਪਸ ਜਾਂ ਐਸਪੀਰੇਸ਼ਨਸ ਰੱਖਣ ਦੀ ਲੋੜ ਨਹੀਂ ਹੈ, ਬਟ allow that person the space and give the opportunity ਕਿ ਆਪਣੇ ਆਪ ਨੂੰ ਰੀਕਨਸਟਰਕਟ ਕਰ ਲੇ, ਰੀਬਿਲਡ ਕਰ ਲੇ। ਤੇ ਇਹੀ ਚੀਜ਼ ਅਸੀਂ ਪੋਜ਼ਿਟਿਵ ਸਾਈਕੋਲੋਜੀ
ਦੱਸਦੇ ਆ, ਇਹੀ ਸਿਖਾਈਦਾ ਹੈ ਵੈਨ ਯੂ ਹੈਵ ਲੋਸਟ ਐਵਰੀਥਿੰਗ, ਅੱਛਾ ਜੀ, ਸਭ ਕੁਝ ਖਤਮ ਹੋ ਗਿਆ, ਜਸਟ ਇਮੇजिन ਅ ਸਿਚੁਏਸ਼ਨ, ਕੁਝ ਨਹੀਂ ਰਿਹਾ, ਸਟਿਲ देयर इज समथिंग, ਬਿਲਕੁਲ समथिंग which you can live your life with, फिर भी कुछ ना कुछ है ऐसा, you can always be thankful for ਹਰ something, ਬੰਦੇ 'ਚ ਕੁਛ ਨਾ ਕੁਛ ਪੋਜ਼ਿਟਿਵ ਵੱਜ ਜਾਂਦਾ ਹੈ। हर situation ਵਿੱਚ ਕੁਝ positive ਹੁੰਦਾ ਹੈ, but the thing is that we have to learn to be optimistic and resilient. We don't have to give up, so don't give up, try and let others try. ਡਾਕਟਰ ਸਾਹਿਬ ਬਹੁਤ ਚੰਗਾ ਲੱਗਿਆ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਤੇ ਬਹੁਤ ਧੰਨਵਾਦ ਟਾਈਮ ਦੇ ਲਈ। ਸਤਿ ਸ਼੍ਰੀ ਅਕਾਲ। Thank you. ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਬੜਾ ਚੰਗਾ ਲੱਗਿਆ। ਚਾਹੇ ਜਿਹੜਾ ਕੋਈ ਮੁੱਖ ਧਾਰਾ 'ਚੋਂ ਉਲਝ ਜਾਂਦਾ ਬੰਦਾ, ਉਹਨੂੰ ਮੁੱਖ ਧਾਰਾ 'ਚ ਲਿਆਉਣ ਲਈ ਇਹਨਾਂ ਨੇ ਬੜਾ ਵਧੀਆ ਫਾਰਮੂਲਾ ਦੱਸਿਆ। ਸੋ ਸਾਡੇ ਬੱਚਿਆਂ ਲਈ ਕਿੱਥੋਂ ਨਿਗਾਹ ਰੱਖਣੀ ਹੈ, ਕਿੱਥੋਂ ਤੱਕ ਰੱਖਣੀ ਹੈ, ਇਹ ਘੱਟੋ ਘੱਟ ਸਾਨੂੰ ਜ਼ਰੂਰ ਜਿਹੜਾ ਜੀ ਉਹ ਚੁਣ ਲੈਣਾ ਚਾਹੀਦਾ। ਦਿਓ ਇਜਾਜ਼ਤ, ਫਿਰ ਮਿਲਦੇ ਰਹਾਂਗੇ। ਸਤਿ ਸ਼੍ਰੀ ਅਕਾਲ।